श्री नानक पाद पंकज बंदन पाद पंकज बंदना सिमरो अंगद दोख निकंदना। अमरदास गुर हृदय ध्यावो हृदय ध्यावो। श्री गुरु रामदास गुण गावो। श्री अर्जना बेगनन के नासक बेगनन के नाशक। हरि गोविंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विसाला। तारों तरा पर पुन पुन सीसा पुन पुन सीसा। बंदों बार बार जगदीशा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सत होए। वाहिगुरु जी की फतेह। बिघ्न बैनासन सोए। वाहिगुरु जी की फतेह। बिघ्न बैनासन सोए। बहुर अस्त हरपत भयो। भई विपापर गुर गृह आयो। जुगो जुग अटल चबर शबर तख्त दे मालिक गुरता गद्दी ते विराजमान ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਸਤਿਕਾਰਯੋਗ ਸਤਸੰਗੀ ਜਨੋ। ਸਤਿਗੁਰਾਂ ਜੀ ਦੀ ਅਪਾਰ ਕਿਰਪਾ ਹੈ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੈ ਜੋ ਅਸੀਂ ਰੋਜ਼ਾਨਾ ਹੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰਦੇ ਹਾਂ। ਆਪ ਜੀਆਂ ਨੇ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਗੁਰੂ ਪਿਆਰਿਆਂ ਪਾਸੋਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਆਪ ਜੀਆਂ ਦੇ ਨਾਲ ਵਿਚਾਰਾਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਕੁਝ ਪੰਛੀ ਝਾਤ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਮਾਰ ਲੈਂਦੇ ਹਾਂ ਤਾਂ ਜੋ ਸਾਨੂੰ ਅੱਜ ਦਾ ਇਹ ਪ੍ਰਸੰਗ ਸਮਝਣ ਦੇ ਵਿੱਚ ਸੋਖ ਮਹਿਸੂਸ ਹੋ ਸਕੇ। ਕੱਲ੍ਹ ਦੇ ਦੀਵਾਨਾਂ ਤੱਕ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਤ ਦੇ ਅਧਿਆਏ 5ਵੇਂ ਦੇ ਵਿੱਚੋਂ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਲੀਲਾ ਦਾ ਜੀਵਨ ਹੈ ਨਾ, ਉਹ ਕੋਤਕ, ਉਹ ਖੇਡਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਸਰਵਣ ਕਰ ਚੁੱਕੇ ਹਾਂ।
ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਘਰ ਦੇ ਵਿੱਚੋਂ ਗਹਿਣੇ ਵਸਤਰ ਜਾਂ ਭਾਂਡੇ ਲੈ ਕੇ ਚਲੇ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਖਾਲੀ ਹੱਥ ਘਰ ਵਾਪਸ ਆ ਜਾਂਦੇ ਨੇ। ਮਾਤਾ ਜੀ ਵੀ ਗੁੱਸੇ ਹੁੰਦੇ ਨੇ ਤੇ ਨਾਲ ਹੀ ਨਾਲ ਪਿਤਾ ਮਹਿਤਾ ਕਾਲੂ ਦਾਸ ਜੀ ਵੀ ਗੁੱਸਾ ਜ਼ਾਹਰ ਕਰਦੇ ਹੋਏ ਪੰਡਿਤ ਹਰਦਿਆਲ ਦੇ ਕੋਲ ਜਾਂਦੇ ਨੇ ਤੇ ਪੰਡਿਤ ਹਰਦਿਆਲ ਨੂੰ ਜਾ ਕੇ ਬੇਨਤੀ ਕਰਦੇ ਨੇ ਵੀ ਜੋ ਵੀ ਤੁਸੀਂ ਸਾਨੂੰ ਆਪਣੀ ਜੋਤਿਸ਼ ਦੀ ਵਿੱਦਿਆ ਦੇ ਅਨੁਸਾਰ ਦੱਸਿਆ ਸੀ, ਜੋ ਸਾਨੂੰ ਜੋਤਿਸ਼ ਦੇ ਅਨੁਸਾਰ ਦੱਸਣਾ ਕੀਤਾ ਸੀ, ਉਸ ਦੇ ਮੁਤਾਬਿਕ ਇਸ ਬੱਚੇ ਦੇ ਵਿੱਚ, ਇਸ ਬਾਲਕ ਦੇ ਵਿੱਚ ਇੱਕ ਵੀ ਗੁਣ ਸਾਨੂੰ ਦੇਖਣ ਨੂੰ ਨਹੀਂ ਮਿਲਿਆ। ਇਸੇ ਪ੍ਰਥਾਏ ਫਿਰ ਪੰਡਿਤ ਹਰਦਿਆਲ ਮਹਿਤਾ ਕਾਲੂ ਦਾਸ ਜੀ ਦੇ ਮਨ ਨੂੰ ਧਰਵਾਸਾ ਦਿੰਦਾ ਹੋਇਆ ਬੇਨਤੀ ਕਰਦਾ ਹੈ ਕਿ ਇਸ ਬਾਲਕ ਦੇ ਜੀਵਨ ਦੇ ਬਾਬਤ ਇਹ ਵਿਚਾਰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਕਿ ਇਸ ਬਾਲਕ ਦੇ ਵਿੱਚ ਇੱਕ ਔਗਣ ਵੀ ਹੈ। ਫਿਰ ਪੰਡਿਤ ਹਰਦਿਆਲ ਜੀ ਨੇ ਬੇਨਤੀ ਕੀਤੀ ਵੀ ਇਸ ਦੇ ਵਿੱਚ ਜਿਸ ਤਰ੍ਹਾਂ ਹਿੰਦੂ ਮਤ ਦੇ ਅਨੁਸਾਰ ਵੱਖ-ਵੱਖ ਰਾਜਿਆਂ ਨੂੰ ਜਾਂ ਵੱਖ-ਵੱਖ ਹਸਤੀਆਂ ਨੂੰ ਹਿੰਦੂ ਮਤ ਦੇ ਵਿੱਚ ਪੂਜਿਆ ਗਿਆ, ਲੋਕਾਂ ਨੇ ਭਗਵਾਨ ਕਰਕੇ ਜਾਣਿਆ, ਚਾਹੇ ਉਹ ਰਾਮ ਚੰਦਰ ਜੀ ਦਾ ਅਵਤਾਰ ਸੀ, ਚਾਹੇ ਕ੍ਰਿਸ਼ਨ ਜੀ ਦਾ ਅਵਤਾਰ ਸੀ, ਜਾਂ ਬਾਵਨ ਰੂਪ ਦੇ ਵਿੱਚ ਅਵਤਾਰ ਧਾਰਨ ਕੀਤਾ ਸੀ, ਇਹਨਾਂ ਸਾਰਿਆਂ ਅਵਤਾਰਾਂ ਨੂੰ ਲੋਕਾਂ ਨੇ ਪੂਜਾ ਕੀਤੀ ਹੈ। ਕਹਿੰਦੇ ਇਸੇ ਤਰ੍ਹਾਂ ਤੁਹਾਡੇ ਪੁੱਤਰ ਦੇ ਵੀ ਜੈ ਜੈਕਾਰ ਹੋਵੇਗੀ, ਜੋ ਵੀ ਇਹਨਾਂ ਨੇ ਦਰਸ਼ਨ ਕਰੇਗਾ ਉਹਨਾਂ ਦਾ ਪਾਰ ਉਤਾਰਾ ਹੋ ਜਾਵੇਗਾ। ਇਹ ਸਾਰੇ ਵਿਚਾਰ ਸਰਵਣ ਕਰਨ ਉਪਰੰਤ ਮਹਿਤਾ ਕਾਲੂ ਦਾਸ ਜੀ ਆਪਣੇ ਮਨ ਨੂੰ ਧਰਵਾਸ ਦਿੰਦੇ ਹੋਏ, ਮਨ ਦੀ ਤਸੱਲੀ ਤਾਂ ਨਹੀਂ ਹੋਈ ਪਰ ਫਿਰ ਵੀ ਜਦੋਂ ਘਰ ਵਾਪਸ ਆਉਂਦੇ ਨੇ, ਵਾਪਸ ਆ ਕੇ ਆਪਣੇ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਫਿਰ ਰੁੱਝ ਜਾਂਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ। ਆਓ ਜੋ ਅਗਲੇਰਾ ਪ੍ਰਸੰਗ ਹੈ ਉਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਰੂ ਅਸਤ ਅਹਰ ਪਤ ਭਇਓ, ਭਈ ਵਿਭਾਪਰ ਗੁਰ ਗ੍ਰਹਿ ਆਇਓ। ਕਿ ਜਿਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਘਰ ਦੇ ਵਿੱਚ ਵਾਪਸ ਆਉਂਦੇ ਨੇ ਪੰਡਿਤ ਹਰਦਿਆਲ ਦੇ ਘਰ ਦੇ ਤੋਂ, ਤੇ ਫਿਰ ਆ ਕੇ ਆਪਣੀ ਜ਼ਿੰਦਗੀ ਦੀ ਕਾਰ ਕਰਨ ਲੱਗ ਜਾਂਦੇ ਨੇ ਤੇ ਇਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ। ਤੇ ਫਿਰ ਆਖਦੇ ਨੇ ਕਿ ਬਹੁਰ ਅਸਤ ਅਹਰ ਪਤ ਭਇਓ, ਕਿ ਬਾਅਦ ਦੇ ਵਿੱਚ ਸੂਰਜ ਡੁੱਬ ਗਿਆ। ਭਈ ਵਿਭਾਪਰ ਗੁਰ ਗ੍ਰਹਿ ਆਇਓ, ਤੇ ਰਾਤ ਪੈ ਗਈ ਹੈ, ਰਾਤ ਦਾ ਸਮਾਂ ਆ ਗਿਆ, ਸੂਰਜ ਛਿਪ ਗਿਆ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਾਂ ਖੇਡਦੇ ਨੇ ਨਾ, ਉਹ ਬਾਲਕ ਸਾਥੀਆਂ ਦੇ ਨਾਲ ਖੇਡਾਂ ਖੇਡਣ ਦੇ ਉਪਰੰਤ ਆਪਣੇ ਘਰ ਦੇ ਵਿੱਚ ਵਾਪਸ ਆ ਜਾਂਦੇ ਨੇ। ਹੀਰਤ ਮਾਤ ਰੂਪ ਬਲ ਜਾਵੇ, ਪਾਨ ਆਪਣੇ ਭੋਜ ਖਵਾਵੇ। ਕਿ ਮਾਤਾ ਜੀ ਆਪਣੇ ਬਾਲਕ ਨੂੰ ਦੇਖ ਕੇ ਉਸ ਤੋਂ ਬਲਿਹਾਰ ਜਾਂਦੇ ਨੇ, ਉਸ ਤੋਂ ਕੁਰਬਾਨ ਜਾਂਦੇ ਨੇ, ਤੇ ਫਿਰ ਉਸ ਬਾਲਕ ਨੂੰ ਆਪਣੇ ਹੱਥਾਂ ਦੇ ਨਾਲ ਭੋਜਨ ਖਵਾਉਂਦੇ ਨੇ। ਦੋਹਰਾ ਪੈ ਪਿਆਏ ਪੁਨ ਮਾਤਲੇ, ਸੂਤੀ ਸੁਠ ਪਰਿਅੰਕ। ਪਲਕ ਜੁਟੀ ਸੁੰਦਰ ਬਦਨ, ਸਦਨ ਹਿਲਾਦ ਵਿਅੰਕ। ਕਹਿੰਦੇ ਇਸ ਤਰ੍ਹਾਂ ਮਾਤਾ ਜੀ ਨੇ ਆਪਣੇ ਬਾਲਕ ਨੂੰ ਜਦੋਂ ਭੋਜਨ ਛਕਾਇਆ ਨਾ ਆਪਣੇ ਹੱਥਾਂ ਦੇ ਨਾਲ, ਬਾਅਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਾਤਾ ਜੀ ਨੇ ਦੁੱਧ ਪਿਲਾਉਣਾ ਕੀਤਾ। ਤੇ ਰਾਤ ਦਾ ਸਮਾਂ ਹੈ, ਉਹਨਾਂ ਨੂੰ ਲੈ ਕੇ ਇੱਕ ਸੋਹਣੇ ਪਲੰਘ ਦੇ ਉੱਤੇ ਬੈਠ ਜਾਂਦੇ ਨੇ, ਵਿਰਾਜਮਾਨ ਹੋ ਜਾਂਦੇ ਨੇ ਤੇ ਉਸੇ ਪਲੰਘ ਦੇ ਉੱਤੇ ਸੌ ਜਾਂਦੇ ਨੇ। ਪਲਕ ਜੁਟੀ ਸੁੰਦਰ ਬਦਨ, ਸਦਨ ਹਿਲਾਦ ਵਿਅੰਕ। ਤੇ ਕਹਿੰਦੇ ਅੱਖਾਂ ਦੀਆਂ ਪਲਕਾਂ ਜਿਹੜੀਆਂ ਨੇ ਉਹ ਜੁੜੀਆਂ ਨੇ ਤੇ ਆਨੰਦ ਦਾ ਘਰ ਜਿਹੜਾ ਚੰਦਰਮਾ ਹੈ ਚੜ੍ਹ ਪਿਆ ਹੈ। ਚੌਪਈ ਸਭਾ ਜਾਮ ਜਬ ਰਹੀ ਤ੍ਰਿਜਾਮਾ, ਜਨਨੀ ਸੁਪਨਾ ਪਿਖ ਅਵਿਰਾਮਾ। ਕਹਿੰਦੇ ਹੁਣ ਜਦੋਂ ਸਵਾ ਪਹਿਰ ਰਾਤ ਰਹਿ ਗਈ ਨਾ, ਸਵਾ ਪਹਿਰ ਰਾਤ ਦਾ ਸਮਾਂ ਹੋਇਆ ਤਾਂ ਮਾਤਾ ਤ੍ਰਿਪਤਾ ਜੀ ਨੇ ਇੱਕ ਸੁਪਨਾ ਦੇਖਿਆ। ਜਨਨੀ ਦਾ ਭਾਵ ਹੈ ਜਨਮ ਦੇਣ ਵਾਲੀ। ਮਾਤਾ ਜੀ ਨੇ ਇੱਕ ਸੁਪਨਾ ਵੇਖਿਆ। ਸੁੰਦਰ ਦੁੱਤ ਬ੍ਰਿੰਦਾਰਕ ਬ੍ਰਿੰਦਾ,
ਮਿਲ ਕਰ ਆਏ ਕਰਤੇ ਆਨੰਦਾ। ਮਾਤਾ ਜੀ ਕੀ ਸੁਪਨਾ ਦੇਖਦੇ ਨੇ ਕਿ ਕਹਿੰਦੇ ਸੁੰਦਰ ਸ਼ੋਭਾ ਵਾਲੇ ਜਿਹੜੇ ਬਹੁਤ ਸਾਰੇ ਦੇਵਤੇ ਨੇ ਨਾ, ਦੇਵੀ ਦੇਵਤੇ ਨੇ, ਉਹ ਮਿਲ ਕੇ ਆਨੰਦ ਮੰਗਲ ਕਰ ਰਹੇ ਨੇ। ਸੁਪਨੇ ਦੇ ਵਿੱਚ ਕੀ ਦੇਖਦੇ ਨੇ ਕਿ ਦੇਵੀਆਂ ਅਤੇ ਦੇਵਤੇ ਰਲ ਮਿਲ ਕੇ ਮੰਗਲ ਕਰਦੇ ਨੇ, ਆਨੰਦ ਕਰਦੇ ਨੇ। ਮੰਜਲ ਕੁਸਾ ਮੁਜਲ ਮਿਲਿਆਗਰ, ਕਰ ਕਪੂਰ ਬਰ ਗੰਧ ਉਜਾਗਰ। ਸੁਪਨੇ ਦੇ ਵਿੱਚ ਦੇਖਦੇ ਨੇ ਕਿ ਉਹਨਾਂ ਦੇਵਤਿਆਂ ਦੇ ਜਿਹੜੇ ਚਿਹਰੇ ਨੇ ਉਹ ਬਹੁਤ ਉਜਾਲੇ ਨਾਲ ਭਰੇ ਹੋਏ ਨੇ, ਬਹੁਤ ਉਜਲ ਨੇ, ਚਿਹਰੇ ਬੜੇ ਹੀ ਖਿੜੇ ਹੋਏ ਨੇ। ਕਰ ਕਪੂਰ ਪਰ ਗੰਧ ਉਜਾਗਰ, ਤੇ ਕਹਿੰਦੇ ਉਹਨਾਂ ਦੇ ਹੱਥਾਂ ਦੇ ਵਿੱਚ ਚੰਗੀ ਖੁਸ਼ਬੂ ਵਾਲੇ ਫੁੱਲ ਅਤੇ ਚੰਦਨ ਫੜੇ ਹੋਏ ਹਨ। ਦੇਖਾ ਏਕ ਸਿੰਘਾਸਨ ਸੁੰਦਰ, ਸੂਚੇ ਮਾਨਕ ਗਤ ਰਿਚ ਰੰਦਰ। ਕਿ ਉਹਨਾਂ ਨੇ ਇੱਕ ਦੇਖਿਆ ਵੀ ਸਿੰਘਾਸਨ ਲੱਗਾ ਹੋਇਆ ਹੈ, ਉਸ ਸਿੰਘਾਸਨ ਦੇ ਉੱਤੇ ਸੂਚੇ ਮਾਨਕ ਗਤ ਰੁਚ ਰੰਦਰ, ਭਾਵ ਸੁੱਚੇ ਅਤੇ ਸੋਹਣੇ ਮਾਨਕ ਜਿਹੜੇ ਮੋਤੀ ਨੇ ਨਾ, ਉਹ ਸਿੰਘਾਸਨ ਦੇ ਉੱਤੇ ਜੜੇ ਹੋਏ। ਇਹ ਮਾਤਾ ਤ੍ਰਿਪਤਾ ਜੀ ਸੁੱਤੇ ਪਏ ਹੋਏ ਇੱਕ ਸੁਪਨਾ ਦੇਖਦੇ ਨੇ ਕਿ ਦੇਵੀ ਦੇਵਤਿਆਂ ਨੇ ਹੱਥਾਂ ਦੇ ਵਿੱਚ ਜਿੱਥੇ ਫੁੱਲ ਫੜੇ ਨੇ, ਸੁਗੰਧਿਤ ਖੁਸ਼ਬੂ ਵਾਲੀਆਂ ਚੀਜ਼ਾਂ ਫੜੀਆਂ ਹੋਈਆਂ ਨੇ, ਤੇ ਇਸ ਦੇ ਨਾਲ ਹੀ ਕਹਿੰਦੇ ਨੇ ਕਿ ਉਹ ਦੇਖਦੇ ਨੇ ਕਿ ਇੱਕ ਸਿੰਘਾਸਨ ਲੱਗਾ ਹੋਇਆ, ਉਸ ਸਿੰਘਾਸਨ ਦੇ ਉੱਤੇ ਸੁੱਚੇ ਮੋਤੀ ਕੀਮਤੀ ਜਿਹੜੇ ਨਗ ਨੇ ਉਹ ਜੜੇ ਹੋਏ ਨੇ। ਤਾਂ ਪਰ ਹੇਰਾ ਨਿਜ ਸੁਤ ਬੈਸਾ, ਸ਼ੋਭਾ ਕੂਟ ਕਾਮ ਨਹਿ ਤੈਸਾ। ਤੇ ਹੁਣ ਕੀ ਦੇਖਦੇ ਨੇ ਕਿ ਉਹ ਜਿਹੜਾ ਸਿੰਘਾਸਨ ਲੱਗਾ ਹੋਇਆ ਨਾ ਸੁੱਚੇ ਮੋਤੀਆਂ ਵਾਲਾ, ਤੇ ਉਸ ਦੇ ਉੱਤੇ ਉਹਨਾਂ ਦਾ ਪੁੱਤਰ ਬੈਠਾ ਹੋਇਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਮਾਤਾ ਜੀ ਦੇਖਦੇ ਨੇ ਨਾ ਕਿ ਉਹਨਾਂ ਦੇ ਸਿੰਘਾਸਨ ਜਿਹੜਾ ਦੇਖਿਆ ਹੈ ਨਾ ਦੇਵੀ ਦੇਵਤਿਆਂ ਦੇ ਕੋਲ, ਉਹ ਸਿੰਘਾਸਨ ਦੇ ਉੱਤੇ ਉਹਨਾਂ ਦਾ ਪੁੱਤਰ ਬੈਠਾ ਹੋਇਆ ਹੈ। ਸ਼ੋਭਾ ਕੋਟ ਕਾਮ ਨਹਿ ਤੈਸਾ, ਉਹ ਕਹਿੰਦੇ ਉਹ ਇੰਨਾ ਸੁੰਦਰ ਅਤੇ ਸ਼ੋਭਨੀਕ ਹੈ ਨਾ ਕਿ ਜਿਹੜੇ ਕਰੋੜਾ ਕਾਮਦੇਵ ਦੀ ਵੀ ਉਸ ਦੇ ਤੁਲ ਨਹੀਂ। ਗੁਰਬਾਣੀ ਦੇ ਵਿੱਚ ਵੀ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਨਾ, ਤਾਂ ਇਸ ਦੇ ਵਿੱਚ ਵੀ ਕਾਮ ਧੇਨਾਂ ਦਾ ਜ਼ਿਕਰ ਆਇਆ। ਹਿੰਦੂ ਇਤਿਹਾਸ ਦੇ ਅਨੁਸਾਰ ਮੰਨਣਾ ਹੈ ਨਾ ਕਿ ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਰਿੜਕਿਆ, ਉਸ ਦੇ ਵਿੱਚੋਂ ਜਿਹੜੇ ਰਤਨ ਨਿਕਲੇ ਉਹਨਾਂ ਦੇ ਵਿੱਚੋਂ ਇੱਕ ਗਊ ਵੀ ਨਿਕਲੀ ਜਿਸ ਦਾ ਨਾਮ ਕਾਮਧੇਨ ਗਊ ਰੱਖਿਆ ਗਿਆ। ਤੇ ਉਸ ਕਾਮਧੇਨ ਗਊ ਦਾ ਨਾਮ ਇਸ ਕਰਕੇ ਕਾਮਧੇਨ ਰੱਖਿਆ ਗਿਆ ਸੀ ਕਿਉਂਕਿ ਜਿਹੜਾ ਵੀ ਉਸ ਦੇ ਕੋਲੋਂ ਜਿਹੋ ਜਿਹੀ ਇੱਛਾ ਕਰਦਾ ਸੀ ਨਾ, ਉਹੋ ਜਿਹੇ ਪਦਾਰਥ ਉਸ ਨੂੰ ਮਿਲ ਜਾਂਦੇ ਸਨ। ਅਸੀਂ ਸਤਿਗੁਰਾਂ ਜੀ ਦਾ ਪਾਵਨ ਬਚਨ ਸਰਵਣ ਕਰਦੇ ਆ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮਧੇਨ। ਇੱਥੇ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਹ ਇੰਨਾ ਸੁੰਦਰ ਤੇ ਸ਼ੋਭਨੀਕ ਹੈ ਕਿ ਜਿਸ ਤਰ੍ਹਾਂ ਮੰਨ ਲਓ ਕਰੋੜਾਂ ਗਾਵਾਂ ਜਿਹੜੀਆਂ ਇੱਛਾ ਪੂਰਤੀ ਕਰਦੀਆਂ ਹੋਣ, ਕਾਮਦੇਵ ਵਰਗੀਆਂ ਨੇ, ਤੇ ਉਹ ਵੀ ਕਹਿੰਦੇ ਉਸ ਦੇ ਬਰਾਬਰ ਦੀਆਂ ਨਹੀਂ। ਇੰਨਾ ਉਹ ਸਿੰਘਾਸਨ ਸ਼ੋਭ ਰਿਹਾ ਹੈ। ਨਿਰਜੁਲ ਜਜੈ ਅੰਜਲੀ ਜੋਰੀ, ਪਣਤ ਬਿਨੈ ਮਨ ਪ੍ਰੀਤ ਨ ਥੋਰੀ। ਕਹਿੰਦੇ ਵੀ ਹੱਥ ਜੋੜ ਕੇ ਜਿਹੜੇ ਦੇਵਤੇ ਨੇ ਉਹਨਾਂ ਦੀ ਪੂਜਾ ਕਰ ਰਹੇ ਨੇ ਤੇ ਬੇਨਤੀ ਕਰ ਰਹੇ ਹਨ ਕਿ ਸਾਡੇ ਮਨ ਵਿੱਚ ਆਪ ਵਾਸਤੇ ਬੜੀ ਸ਼ਰਧਾ ਹੈ। ਇਹ ਮਾਤਾ ਜੀ ਸੁਪਨੇ ਦੇ ਵਿੱਚ ਦੇਖਦੇ ਨੇ ਕਿ ਜਿਹੜੇ ਦੇਵੀ ਦੇਵਤੇ ਖੜੇ ਸਨ ਨਾ, ਉਹ ਸਾਰੇ ਦੇ ਸਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਖੜੇ ਹੋ ਕੇ ਹੱਥ ਜੋੜ ਕੇ ਨਮਸਕਾਰ ਕਰਦੇ ਨੇ, ਸੀਸ ਝੁਕਾਉਂਦੇ ਨੇ, ਉਹਨਾਂ ਦੀ ਪੂਜਾ ਕਰਦੇ ਨੇ, ਉਹਨਾਂ ਦੀ ਆਰਾਧਨਾ ਕਰਦੇ ਨੇ, ਤੇ ਨਾਲ ਹੀ ਨਾਲ ਆਖਦੇ ਨੇ ਕਿ ਸਾਡੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਬਹੁਤ ਸ਼ਰਧਾ ਹੈ, ਬਹੁਤ ਉਤਸ਼ਾਹ ਹੈ, ਬਹੁਤ ਪ੍ਰੇਮ ਸਤਿਕਾਰ ਹੈ। ਦੋਹਰਾ ਉਸਤਤ ਦੁਖ ਤੇ ਅਨਕ ਬਿਦ, ਜੈ ਜੈ ਬਚਨੇ ਉਚਾਰ, ਪਾਵਨ ਪਰਮ ਪੁਰਾਤਨੰ ਪੁਰਖ ਨ ਪਾਰਾਵਾਰ। ਕਿ ਕਹਿੰਦੇ ਕਈ ਪ੍ਰਕਾਰ ਨਾਲ ਦੇਵੀ ਦੇਵਤੇ ਜਿਹੜੇ ਸਨ ਉਹਨਾਂ ਨੇ ਉਸਤਤ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਤੇ ਉਹਨਾਂ ਦੀ ਪ੍ਰਸ਼ੰਸਾ ਦੇ ਲਈ ਜੈ ਜੈਕਾਰ ਦੇ ਬਚਨ ਉਚਾਰੇ ਨੇ, ਤੇ ਕਹਿੰਦੇ ਹਨ ਪਾਵਨ ਪਰਮ ਪੁਰਾਤਨੰ ਪੁਰਖ ਨ ਪਾਰਾਵਰ, ਕਿ ਹੇ ਪਾਵਨ ਪਰਮ ਆਦਿ ਪੁਰਖ ਜੀ, ਤੁਹਾਡਾ ਕੋਈ ਵੀ ਪਾਰਾਵਾਰ ਨਹੀਂ ਹੈ, ਤੁਹਾਡਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਉਹ ਦੇਵਤੇ ਜਿਹੜੇ ਨੇ ਉਹ ਬਚਨ ਆਖਦੇ ਨੇ। ਚੌਪਈ ਤਰ ਅਲੰਬ ਕੇ ਦੇਵਨ ਹੇਤੂ,
ਪ੍ਰਗਟੇ ਸ਼੍ਰੀ ਬੇਦੀ ਕੁਲ ਕੇਤੂ। ਹੁਣ ਦੇਵਤੇ ਆਖਦੇ ਨੇ ਕਿ ਧਰਤੀ ਨੂੰ ਆਸਰਾ ਦੇਣ ਲਈ, ਅਸੀਂ ਪਹਿਲੇ ਪ੍ਰਸੰਗ ਦੇ ਵਿੱਚ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਤੋਂ ਪਹਿਲਾਂ ਦਾ ਪ੍ਰਸੰਗ ਅਸੀਂ ਸਰਵਣ ਕੀਤਾ ਸੀ ਨਾ, ਧਰਤੀ ਪੁਕਾਰ ਕਰ ਰਹੀ ਪਰਮਾਤਮਾ ਦੇ ਅੱਗੇ ਕਿ ਹੁਣ ਮੇਰੇ ਤੋਂ ਦੁੱਖਾਂ ਦਾ ਭਾਰ ਨਹੀਂ ਸਹਿਆ ਜਾ ਰਿਹਾ, ਮੇਰੇ ਉੱਤੇ ਪਾਪਾਂ ਦਾ ਭਾਰ ਵੱਧ ਗਿਆ ਹੈ, ਹੁਣ ਮੇਰੇ ਕੋਲੇ ਪਾਪ ਨਹੀਂ ਚੱਲਿਆ ਜਾ ਰਿਹਾ। ਉਹ ਦੇਵਤੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਖਦੇ ਨੇ ਕਿ ਧਰਤੀ ਨੂੰ ਆਸਰਾ ਦੇਣ ਵਾਲੇ ਸ਼੍ਰੀ ਬੇਦੀ ਕੁਲ ਵਿੱਚ ਪ੍ਰਗਟ ਹੋਏ हे ਪ੍ਰਮਾਤਮਾ ਜੀਓ, ਭਗਤ ਜਗਤ ਮਦ ਵਿਦਤ ਕਰਨ ਕੋ, ਕਲਮਲ ਦੁਸ਼ਟਨ ਦੰਭ ਦਰਨ ਕੋ। ਕਿ ਜਗਤ ਦੇ ਵਿੱਚ ਭਗਤੀ ਨੂੰ ਪ੍ਰਗਟ ਕਰਨ ਦੇ ਲਈ, ਜਗਤ ਦੇ ਵਿੱਚ ਨਾਮ ਬਾਣੀ ਦਾ ਪ੍ਰਕਾਸ਼ ਕਰਨ ਦੇ ਲਈ, ਪਾਪੀਆਂ ਤੇ ਦੁਸ਼ਟਾਂ ਅਤੇ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਕਲਮਲ ਦੁਸ਼ਟਨ ਦੰਭ ਦਰਨ ਕੋ। ਕਲਮਲ ਦਾ ਭਾਵ ਹੁੰਦਾ ਪਖੰਡ, ਦੁਸ਼ਟਾਂ ਦਾ ਭਾਵ ਹੁੰਦਾ ਦੁਸ਼ਟਾਂ ਦਾ, ਦੰਭ ਦਾ ਭਾਵ ਹੁੰਦਾ ਪਖੰਡੀ। ਵੇ ਇਹਨਾਂ ਦਾ ਨਾਸ਼ ਕਰਨ ਦੇ ਲਈ ਕਹਿੰਦੇ ਤੁਸੀਂ ਅਵਤਾਰ ਧਾਰਿਆ ਹੈ। ਇਹ ਤਾਂ ਮਾਤਾ ਤ੍ਰਿਪਤਾ ਜੀ ਸੁੱਤੇ ਪਏ ਇੱਕ ਸੁਪਨਾ ਦੇਖਦੇ ਨੇ, ਤੇ ਸੁਪਨੇ ਦੇ ਵਿੱਚ ਇਹ ਵਿਚਾਰ ਚਰਚਾ ਜਿਹੜੀ ਚੱਲਦੀ ਹੈ, ਉਹਨਾਂ ਦੇ ਮਨ ਦੀ ਜਿਹੜੀ ਕਲਪਨਾ ਹੈ ਉਹ ਹੋ ਰਹੀ ਹੈ ਕਿ ਕਿਸ ਤਰ੍ਹਾਂ ਦੇਵੀ ਦੇਵਤੇ ਜਿਹੜੇ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪੂਜਾ ਕਰਦੇ ਹੋਏ ਵਚਨ ਆਖਦੇ ਨੇ ਕਿ ਤੁਸੀਂ ਪਾਖੰਡਾਂ ਦਾ, ਦੁਸ਼ਟਾਂ ਦਾ ਤੇ ਪਾਪੀਆਂ ਦਾ ਨਾਸ਼ ਕਰਨ ਦੇ ਵਾਸਤੇ ਅਵਤਾਰ ਧਾਰਿਆ ਹੈ। ਕਲ ਮਹਿ ਪਾਵਨ ਪੰਥ ਨਰਨ ਕੋ, ਪ੍ਰਦ ਸਤ ਸੰਗਤ ਜਗਤ ਤਰਨ ਕੋ। ਕਿ ਕਹਿੰਦੇ ਕੱਲ ਦਾ ਭਾਵ ਹੈ ਕਲ ਯੁਗ ਵਿੱਚ, ਕਲ ਮਹਿ ਪਾਵਨ ਪੰਥ ਨਰਨ ਕੋ। ਨਰਨ ਦਾ ਭਾਵ ਹੁੰਦਾ ਹੈ ਮਨੁੱਖ, ਕਿ ਕਲ ਯੁਗ ਦੇ ਵਿੱਚ ਮਨੁੱਖਾਂ ਨੂੰ ਪਾਵਨ ਪੰਥ ਦੇਣ ਵਾਸਤੇ, ਕਲ ਯੁਗ ਦੇ ਵਿੱਚ ਮਨੁੱਖਾਂ ਨੂੰ ਸੁਚੱਜਾ ਰਾਹ ਦੱਸਣ ਵਾਸਤੇ, ਸਚਿਆਰਾ ਰਾਹ ਦੱਸਣ ਵਾਸਤੇ ਪ੍ਰਦ ਸਤ ਸੰਗਤ ਜਗਤ ਤਰਨ ਕੋ। ਕਿ ਸਤ ਸੰਗਤ ਦੇ ਰਾਹੀਂ ਜਗਤ ਨੂੰ ਤਾਰਨ ਦੇ ਲਈ ਕਲ ਯੁਗ ਦੇ ਵਿੱਚ ਮਨੁੱਖਾਂ ਨੂੰ ਇੱਕ ਨਵੀਂ ਵਿਚਾਰ ਦਿੱਤੀ ਗਈ। ਮਨੁੱਖਾਂ ਦੇ ਜੀਵਨ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਨਾਂ ਨੂੰ ਇੱਕ ਨਵਾਂ ਰਸਤਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਸੰਗਤ ਦੇ ਰਾਹੀਂ ਜਗਤ ਨੂੰ ਤਾਰਨ ਦੇ ਲਈ, ਜਗਤ ਨੂੰ ਤਰਿਆ ਜਾ ਸਕਦਾ ਹੈ। ਨਾਮ ਜਪਾਵਨ ਧਿਆਨ ਚਰਨ ਕੋ, ਭਗਤਨ ਦੁਖਾ ਜਨਮ ਮਰਨ ਕੋ। ਕਿ ਸੰਗਤ ਦੇ ਰਾਹੀਂ ਜਗਤ ਨੂੰ ਤਾਰਨ ਦੇ ਲਈ ਨਾਮ ਜਪਾਉਣ ਅਤੇ ਮਨੁੱਖਾਂ ਦਾ ਧਿਆਨ ਪ੍ਰਭੂ ਚਰਨਾਂ ਦੇ ਵਿੱਚ ਜੋੜਨ ਦੇ ਲਈ, ਅਤੇ ਭਗਤਨ ਦੁਖਾ ਜਨਮ ਮਰਨ ਕੋ। ਤੇ ਜਿਹੜੇ ਭਗਤਾਂ ਦੇ ਜੀਵਨ ਦੇ ਵਿੱਚ ਜਨਮ ਮਰਨ ਦਾ ਦੁੱਖ ਲੱਗਾ ਹੋਇਆ ਹੈ ਨਾ, ਉਸ ਨੂੰ ਨਾਸ਼ ਕਰਨ ਵਾਸਤੇ ਤੁਸੀਂ ਪ੍ਰਗਟ ਹੋਏ ਹੋ। ਇਹ ਦੇਵਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਬਚਨ ਉਚਾਰਦੇ ਨੇ ਕਿ ਤੁਸੀਂ ਇਸ ਕਾਰਜ ਲਈ ਪ੍ਰਗਟ ਹੋਏ ਹੋ ਕਿ ਇੱਕ ਤਾਂ ਕਲਯੁਗ ਦੇ ਜਿਹੜੇ ਕਲਯੁਗੀ ਜੀਵ ਨੇ ਨਾ, ਉਹਨਾਂ ਦਾ ਪਾਰ ਉਤਾਰਾ ਹੋ ਸਕੇ, ਦੁਨਿਆਵੀ ਤੌਰ ਦੇ ਉੱਤੇ ਜਿਹੜੇ ਪਾਪ ਪਖੰਡ ਨੇ, ਦੁਸ਼ਟ ਨੇ, ਉਹਨਾਂ ਦਾ ਨਾਸ਼ ਹੋ ਸਕੇ, ਤੇ ਜਿਹੜੇ ਤੁਹਾਡੇ ਭਗਤ ਨੇ, ਜਿਹੜੇ ਸੇਵਕ ਨੇ, ਉਹਨਾਂ ਦੇ ਜੀਵਨ ਦੇ ਵਿੱਚ ਜਨਮ ਮਰਨ ਦਾ ਜਿਹੜਾ ਗੇੜ ਹੈ ਖਤਮ ਹੋ ਸਕੇ। ਦੇਨ ਆਸਰਾ ਏਕ ਸ਼ਰਨ ਕੋ, ਕੁਮਤ ਕੁਚਾਲ ਕੁਕਰਮ ਹਰਨ ਕੋ। ਤੇ ਕਹਿੰਦੇ ਸ਼ਰਨ ਦੇ ਵਿੱਚ ਆਏ ਹੋਏ ਨੂੰ ਆਸਰਾ ਦੇਣ ਵਾਸਤੇ, ਕੁਮਤ ਦਾ ਭਾਵ ਹੁੰਦਾ ਭੈੜੀ ਮਤ, ਤੇ ਕੁਚਾਲ ਦਾ ਭਾਵ ਭੈੜੀ ਚਾਲ, ਕੁਕਰਮ ਦਾ ਭਾਵ ਹੈ ਭੈੜੇ ਕਰਮ। ਸ਼ਰਨ ਆਏ ਨੂੰ ਆਸਰਾ ਦੇਣ ਵਾਸਤੇ ਭੈੜੀ ਮਤ, ਭੈੜੀ ਚਾਲ ਤੇ ਕੁਕਰਮਾਂ ਦਾ ਨਾਸ਼ ਕਰਨ ਵਾਸਤੇ। ਪੀਰ ਮੀਰ ਸਿਧ ਦਰਪ ਸ਼ਰਨ ਕੋ, ਵਾਹਿਗੁਰੂ ਦੇ ਜਾਪ ਰਨ ਕੋ। ਕਹਿੰਦੇ ਪੀਰ ਮੀਰ ਸਿੱਧ ਮੁਨੀ ਅਹੰਕਾਰ ਨੂੰ ਦੂਰ ਕਰਨ ਵਾਸਤੇ ਅਤੇ ਵਾਹਿਗੁਰੂ ਦਾ ਨਾਮ ਜਪਾਉਣ ਵਾਸਤੇ ਤੁਸੀਂ ਧਰਤੀ ਦੇ ਉੱਤੇ ਗਏ ਹੋ, ਤੁਸੀਂ ਧਰਤੀ ਦੇ ਉੱਤੇ ਪ੍ਰਗਟ ਹੋਏ ਹੋ ਵਾਹਿਗੁਰੂ ਦਾ ਨਾਮ ਜਪਾਉਣ ਵਾਸਤੇ। ਦੋਹਰਾ ਇਹ ਬਿਦ ਬਿਬੁੱਧ ਸੋ ਬਦਨ ਬਦ, ਪਦ ਅਰਬਿੰਦ ਮਨਾਏ, ਗਏ ਆਪਨੇ ਲੋਕ ਕੋ ਜਹ ਜਹ ਤੇ ਜੋ ਆਏ। ਤੇ ਕਹਿੰਦੇ ਇਸ ਤਰੀਕੇ ਦੇ ਨਾਲ, ਇਸ ਵਿਧੀ ਦੇ ਨਾਲ, ਤੇ ਜਿਹੜੇ ਦੇਵੀ ਦੇਵਤੇ ਸਨ ਨਾ, ਉਹਨਾਂ ਨੇ ਆਪਣੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਗੁਰੂ ਜੀ ਦੇ ਚਰਨ ਕਮਲਾਂ ਦੀ ਪੂਜਾ ਕੀਤੀ, ਉਹਨਾਂ ਦੀ ਆਰਾਧਨਾ ਕੀਤੀ, ਉਹਨਾਂ ਨੂੰ ਨਮਸਕਾਰ ਕੀਤੀ। ਤੇ ਫਿਰ ਜਿੱਥੋਂ ਜਿੱਥੋਂ ਉਹ ਆਏ ਸਨ, ਉਹ ਦੇਵੀ ਦੇਵਤੇ ਆਪਣੇ ਸਥਾਨ ਦੇ ਉੱਤੇ ਪਹੁੰਚ ਗਏ, ਉਹ ਆਪਣੇ ਆਪਣੇ ਭਵਨਾਂ ਨੂੰ ਚਲੇ ਗਏ। ਚੌਪਈ
अचरज पई हिर कर माता, जानी परे न गत निज ताता। ते हुण जदों देवी देवते अपने भवनां नूं चले गए ना, कहंदे अचानक माता जी जिहड़ा सुपना देखदे सी ना, सुपने दे विचों अचानक उठदे ने ते उठ के माता जी, अचरज दा भाव हुंदा हैरान, माता जी ये वेख के बहुत हैरान हुंदे ने। जानी परे न गत निज ताता, ताता दा भाव है पुत्तर, कि अपने पुत्तर की यह हालत जिहड़ी उन्होंने उठ के देखी ना, उन्हां दी समझ तो परे सी। माता जी सुपना देखते ने, पलंग दे उत्ते नाल ही धन गुरु नानक साहब जी महाराज आराम फरमा रहे ने, सुख लै रहे ने। ते इस तरह माता जी जो सुपने दे विचों निकल के बहुत हैरान हुंदे ने, जो अपने पुत्तर की हालत देखते ने ना, उसनूं देख के उन्होंने कुछ समझ नहीं आ रही। भयो हृदय में संभ्रम जागी, सुत अवैव सब देखण लागी। ते फिर माता जी दे मन दे विच ना संसा पैदा हो गया, मन दे विच शंका जाग पई। ते फिर की करन लगे, सुत अवैव सब देखण लागी, कि अपने पुत्र दे हथ लगा के सारे अंग देखण लग पे। क्योंकि सुपना देखिया, देवी देवते उन्हां दी पूजा करन लगे होए ने, ते देवी देवते ही उन्हां दी आराधना करते हुए आखदे ने कि तुसीं धरती दे उत्ते अवतार धारण कीता धरती दी दशा सुधारण दे लई। जदों माता जी सुपने दे विच उठदे ने, ते सुपने दे विच उठ के अपने बालक दे अंग देखदे ने भी मैं सुपने दे विच तां कुछ होर ही देखिया सी। ਇਹ बालक ਸਿੰਘਾਸਣ ਦੇ ਉੱਤੇ विराजमान है, ਤੇ ਇਸ ਦੀ पूजा हो रही, ਇਸ ਦੀ जय जयकार हो रही। ਇਹ सारा कुछ देख के माता जी हैरान रह जाते ने। चंजन सो चर्चत है सारे, भो सुगंध सो जजे निहारे। कि जिस तरह असी इसे प्रसंग दे विच सरवण कीता ना, कि वो देवी देवते जिहड़े सन हत्थां दे विच फुੱਲ लै के ਜਾਂ चंदन लैके वो छिड़का करते हैं, फुलों की बरखा करते हैं। तो कहते माता जी जदों सुपने दे विचों निकलते हैं, अपने बालक के शरीर नूं हथ लगा के देखते हैं ना, तो गुरु जी के सारे शरीर के उत्ते कहते हैं भी चंदन का छिड़किया होया जिहड़ा सी, वो चंदन का छिड़का होया है। माता जी सारा कुछ देख के हैरान रह जाते हैं। बहुत सुगंध सो जजे निहारे, तो कहते बहुत खुशबूदार पदार्थां दे नाल पूजे हुए वेखे। भी उस धन गुरु नानक साहब जी महाराज जी के शरीर के विचों वो चंदन की खुशबू आ रही, जिहड़ी चंदन का छिड़का हुंदा माता जी ने सुपने दे विच वेख्या सी। वो चंदन की खुशबू हुण धन गुरु नानक साहब जी महाराज जी के शरीर के विचों आ रही है। संभरम मन नह थिरता होई, कि दो साच कै सुपना सोई। हुण माता जी के मन के विच होर संसा वध गई। हुण माता जी के मन के विच होर शंका पैदा हो गई, तो चैन नहीं आ रहा, माता जी नूं टिका नहीं सी आ रहे। यही सोच रहे हैं कि यह सुपना सी जां सच सी। मैं तो सुपना देख रही सां, सुपने दे विच देवतियां ने इस बालक दे जो ਸਿੰਘਾਸਣ दे उत्ते विराजमान सी छिड़का कीता चंदन दा, पर हुण जदों मैं उठ के देखिया तो यही चंदन की सुगंध इन्हां दे शरीर दे विचों आ रही। मेरे मन दे विच हैरानी है कि यह सुपना सी जां मैं सच देख रही सां। हृदय विचार त्यारत माता, निर्णय होए न एक बाता। क्यों ने सारा कुछ हिरदे दे विच विचार के माता जी घबरा गए। निर्णय होए न एक बाता, कि एक गल का निर्णय नहीं सी हो रहा भी ये सच सी जां सुपना सी, मैं हकीकत देखी जां सुपने दे विच ही सारा कुछ सी। सुत की महिमा मन मेहमानी, यह अवतार सत चित जानी। हुण माता जी ने जदों ये सब कुछ देखिया ना, माता जी के मन दे विच भी अपने पुत्र के प्रति शरधा वध गई। पुत्र के प्रति जिहड़ी सी शरधा भावना दे विच वाधा हो गया। माता जी ने भी अपने मन दे विच अपने पुत्र की, अपने बालक की जिहड़ी महिमा सी ना, जिहड़ी देवतियां ने महिमा की, वो माता जी ने अपने मन दे विच महिमा भी स्वीकार कर ली, ते अपने मन नूं ये समझा लिया कि ये सचमुच ही कोई अवतार है दोहरा। जिसके पद अरविंद को दिव्य रूप बहुआए,
ਕਰੀ ਆਪ ਚਿਤ ਪ੍ਰੀਤ ਸੋ ਬਾਰ ਬਾਰ ਸਿਰਨਾਏ। ਹੁਣ ਮਾਤਾ ਜੀ ਨੇ ਉਸ ਬਾਲਕ ਨੂੰ ਆਪਣੇ ਨੂੰ ਅਵਤਾਰ ਜਾਣਿਆ ਤੇ ਮਨ ਦੇ ਵਿੱਚ ਹੀ ਵਿਚਾਰ ਕਰਦੇ ਨੇ ਕਿ ਇਸ ਬਾਲਕ ਦੇ ਲਈ ਜਿਸ ਨੂੰ ਅਸੀਂ ਸਧਾਰਨ ਬਾਲਕ ਸਮਝਦੇ ਸਾਂ, ਕਿਉਂਕਿ ਪਿਛਲੇ ਪ੍ਰਸੰਗ ਦੇ ਵਿੱਚ ਹੀ ਅਸੀਂ ਵਿਚਾਰ ਸਰਵਣ ਕੀਤੀ ਕਿ ਕਿਸ ਤਰ੍ਹਾਂ ਮਾਤਾ ਜੀ ਆਪਣੇ ਬਾਲਕ ਨੂੰ ਗੁੱਸੇ ਹੁੰਦੇ ਨੇ, ਆਪਣੇ ਪੁੱਤਰ ਨੂੰ ਸਮਝਾਉਣ ਦੇ ਲਈ ਹੱਥ ਦੇ ਵਿੱਚ ਸੋਟੀ ਵੀ ਚੱਕ ਲੈਂਦੇ ਨੇ ਕਿ ਇਸ ਦੇ ਜਿਹੜੇ ਰਵੱਈਆ ਹੈ ਉਹ ਗਲਤ ਹੈ। ਤੇ ਹੁਣ ਜਦੋਂ ਮਾਤਾ ਜੀ ਨੇ ਸੁਪਨਾ ਦੇਖਿਆ, ਸੁਪਨੇ ਦੇ ਵਿੱਚ ਜੋ ਕੁਝ ਦੇਖਿਆ ਉਹਨਾਂ ਨੇ, ਉਸ ਤੋਂ ਹੈਰਾਨ ਹੋ ਕੇ ਆਪਣੇ ਮਨ ਦੇ ਵਿੱਚ ਅਨੁਮਾਨ ਲਗਾ ਰਹੇ ਨੇ ਕਿ ਇਹ ਕੋਈ ਬਾਲਕ ਆਮ ਬਾਲਕ ਨਹੀਂ ਹੈ, ਇਹ ਕੋਈ ਸਧਾਰਨ ਬਾਲਕ ਨਹੀਂ ਹੈ। ਸੁਪਨੇ ਦੇ ਵਿੱਚ ਤਾਂ ਇਸ ਦੇ ਦੇਵੀ ਦੇਵਤੇ ਵੀ ਪੂਜਾ ਕਰ ਰਹੇ ਸਨ, ਉਹ ਦੇਵਤਿਆਂ ਨੇ ਵੀ ਇਹਨਾਂ ਦੀ ਪੂਜਾ ਕੀਤੀ ਤੇ ਇਹਨਾਂ ਦੇ ਬਾਰ-ਬਾਰ ਚਰਨਾਂ ਦੇ ਵਿੱਚ ਕਹਿੰਦੇ ਨੇ ਸੀਸ ਨਿਵਾ ਰਹੇ ਸਨ, ਇਹਨਾਂ ਦੀ ਬਾਰ-ਬਾਰ ਪੂਜਾ ਕਰ ਰਹੇ ਸਨ, ਇਹਨਾਂ ਨੂੰ ਵੰਦਨਾ ਕਰ ਰਹੇ ਸਨ। ਚੋਪਈ ਹੋ ਹੈਰੇ ਸੁਪਨੇ ਕੀ ਨਿਆਈ, ਅਬ ਲੋ ਚਰਚੋ ਬਿਦਤ ਦਸਾਈ। ਮਾਤਾ ਜੀ ਕਹਿੰਦੇ ਵੀ ਮੈਂ ਹੁਣ ਸਾਰਾ ਕੁਝ ਹਜੇ ਸੁਪਨੇ ਵਾਂਗੂ ਹੀ ਮਹਿਸੂਸ ਕਰ ਰਹੀ ਹਾਂ, ਵੀ ਉਹ ਸੁਪਨਾ ਹੀ ਸੀ। ਹੁਣ ਉਹ ਮੈਨੂੰ ਸਭ ਕੁਝ ਕਹਿੰਦੇ ਪ੍ਰਤੱਖ ਦਿਸਦਾ ਹੈ। ਪਹਿਲਾਂ ਸੁਪਨਾ ਲੱਗ ਰਿਹਾ ਸੀ ਤੇ ਜਦੋਂ ਬਾਲਕ ਦੇ ਸਰੀਰ ਨੂੰ ਦੇਖਿਆ, ਸਰੀਰ ਦੇ ਵਿੱਚੋਂ ਚੰਦਨ ਦੀ ਖੁਸ਼ਬੂ ਵੀ ਆਈ, ਤਾਂ ਕਹਿੰਦੇ ਮੈਨੂੰ ਹੁਣ ਇਸੇ ਤਰ੍ਹਾਂ ਲੱਗ ਰਿਹਾ ਵੀ ਇਹ ਪ੍ਰਤੱਖ ਹੋ ਗਿਆ। ਮੈਂ ਪ੍ਰਤੱਖ ਆਪਣੀਆਂ ਅੱਖਾਂ ਦੇ ਨਾਲ ਇਹ ਸਭ ਕੁਝ ਦੇਖਿਆ ਹੈ ਤੇ ਇਹ ਕੋਈ ਸੁਪਨਾ ਨਹੀਂ ਸੀ। ਚਿੱਤ ਵਿਚਾਰ ਕਰਤਿਓ ਪ੍ਰਭਾਤੂ, ਚੜਿਓ ਸੁਮਾਰ ਤੰਡ ਬਖਿਆ ਤੂੰ। ਕਹਿੰਦੇ ਵੀ ਇਸ ਤਰ੍ਹਾਂ ਚਿੱਤ ਦੇ ਵਿੱਚ ਵਿਚਾਰਾਂ ਕਰਦੇ ਕਰਦੇ, ਪ੍ਰਭਾਤੂ ਦਾ ਭਾਵ ਹੈ ਸਵੇਰ, ਪ੍ਰਭਾਤ ਦਾ ਵੇਲਾ, ਸਵੇਰ ਦਾ ਵੇਲਾ, ਤੇ ਮਾਰਤੰਡ ਦਾ ਭਾਵ ਹੈ ਸੂਰਜ ਦੇਵਤਾ। ਕਹਿੰਦੇ ਇਸੇ ਤਰ੍ਹਾਂ ਮਾਤਾ ਜੀ ਆਪਣੇ ਮਨ ਦੇ ਵਿੱਚ ਵਿਚਾਰ ਚਰਚਾ ਹੀ ਕਰ ਰਹੇ ਸਨ ਵੀ ਇਹ ਮੈਂ ਜੋ ਸੁਪਨਾ ਦੇਖਿਆ ਸੀ ਹੁਣ ਇਹ ਪ੍ਰਤੱਖ ਲੱਗ ਰਿਹਾ। ਤੇ ਮਨ ਦੇ ਵਿੱਚ ਵਿਚਾਰ ਕਰਦੇ ਕਰਦੇ ਕਹਿੰਦੇ ਇਸ ਪ੍ਰਭਾਤ ਦਾ ਵੇਲਾ ਹੋ ਗਿਆ, ਸਵੇਰ ਦਾ ਵੇਲਾ ਹੋ ਗਿਆ, ਤੇ ਇਸ ਦੇ ਨਾਲ ਹੀ ਜਿਹੜਾ ਸੂਰਜ ਦੇਵਤਾ ਸੀ ਕਹਿੰਦੇ ਉਹ ਸੂਰਜ ਵੀ ਪ੍ਰਗਟ ਹੋ ਗਿਆ। ਅੱਜ ਤੱਕ ਦੇ ਦੀਵਾਨਾਂ ਦੇ ਵਿੱਚ, ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੇ ਹਨ ਕਿ ਮਾਤਾ ਜੀ ਆਪਣੇ ਸੌਣ ਤੋਂ ਬਾਅਦ ਜਦੋਂ ਪਹਿਰ ਰਾਤ ਦਾ ਸਮਾਂ ਰਹਿੰਦਾ ਹੈ ਕਿ ਸੁਪਨਾ ਵੇਖਦੇ ਨੇ, ਸੁਪਨੇ ਦੇ ਵਿੱਚ ਆਪਣੇ ਪੁੱਤਰ ਦੀ ਜੈ ਜੈਕਾਰ ਦੇਵਤਿਆਂ ਦੁਆਰਾ ਹੁੰਦੀ ਦੇਖਦੇ ਨੇ, ਤੇ ਜਦੋਂ ਸੁਪਨੇ ਦੇ ਵਿੱਚੋਂ ਨਿਕਲਦੇ ਨੇ ਤੇ ਉਹ ਮਨ ਦੇ ਵਿੱਚ ਹੈਰਾਨ ਹੁੰਦੇ ਨੇ ਕਿ ਕਿਸ ਤਰ੍ਹਾਂ ਸੁਪਨੇ ਦੇ ਵਿੱਚ ਦੇਵਤਿਆਂ ਨੇ ਚੰਦਨ ਦਾ ਛਿੜਕਾਅ ਕੀਤਾ ਸੀ, ਪਰ ਹੁਣ ਜਦੋਂ ਬਾਲਕ ਨੂੰ ਹੱਥ ਲਗਾ ਕੇ ਦੇਖਦੇ ਨੇ ਉਹ ਚੰਦਨ ਦੀ ਖੁਸ਼ਬੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਵਿੱਚੋਂ ਆਉਂਦੀ ਹੈ। ਤੇ ਵਿਚਾਰ ਚਰਚਾ ਕਰਦਿਆਂ ਕਰਦਿਆਂ ਸਵੇਰ ਦਾ ਵੇਲਾ ਹੋ ਜਾਂਦਾ ਹੈ। ਇੱਥੋਂ ਤੱਕ ਦੀ ਵਿਚਾਰ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਬਾਕੀ ਦੇ ਪ੍ਰਸੰਗ ਦੀ ਵਿਚਾਰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।